रहमान रहीम। अस्सलाम वालेकुम नाज़रीन, मैं मुबारक जावेद जहांगीर भट्ट साहब के साथ किए 5 प्रोग्राम। आज उनकी मिसेज हमारे साथ, ये पैदाइशी अहमदी थी, इनके मियाँ ने बाद में बैत की और मैंने सोचा क्यों ना इनसे पूछा जाए कि जब गैर अहमदी ससुराल हो तो एक अहमदी खतून के लिए जिंदगी कितनी मुश्किलें चलती उनके बाद। जी अस्सलाम वालेकुम। वालेकुम सलाम। हाँ जी, मैं क्या ਇਹ ਦੱਸੋ ਕਿ ਤੁਹਾਡੇ ਸਸੁਰਾਲ ਜਿਹੜੇ ਸੀ ਉਹ ਗੈਰ ਅਹਿਮਦੀ ਸੀ, ਤੁਸੀਂ ਅਹਿਮਦੀ ਸੀ ਤੇ ਉਹ हाँ ਕੀ जी। ਕੀ ਸਲੂਕ ਕਰਦੇ ਸੀ ਤੁਹਾਡੇ ਨਾਲ? सलूक ते बस इसे तरह ही सजे थे, लेकिन ये वे कि मैं पदाशी आमदी सा जी हाँ। ते मेरे दादा अबू मेरे अबू के मसलन साडे पिछले सारे आमदी सन जी ते लेकिन इन्हां मेरे तो पहलू ना 8-10 साल बैत कीती सी जी ते उस तो बाद फिर शादी हो गई। मैं उन्हां दे घर आ गई ते लेकिन ये वे मेरे नाल सलूक नहीं होना सही कीता, लेकिन मैं फिर भी 7 साल उन्हां दे घर गुजारे सन। ਕੀ ਕਰਦੇ ਸੀ, ਕਿਸ ਤਰ੍ਹਾਂ ਉਹ ਨਫ਼ਰਤ ਕਰਦੇ ਸੀ, ਜ਼ਰਾ ਦੱਸੋ ਨਾਜ਼ਰੀਨ ਨੂੰ। करना की सी एवें कदी कोई गल करदे नहीं, कदी कोई गल करदे नहीं, कहना इन्हां दा कुरान हो रहे ना नमाज होए, लेकिन मैं नमाज पढ़दी हुंदी सा। अच्छा ये नुकस पे कड्ढने के जड़ी नमाज इंज पढ़दी है, मैं कहना चलो ठीक है। ते बारह ने वे के इन्हां किथे मीटिंग ते जाना, कोई क्लास होना जाना करना, ते उन्हां करना के इन्हां नूं जमात देंदी है ते खाण दे ने। अच्छा मैं कहा नहीं सानूं जमात नहीं देंदी, अल्लाह दे फजलो करम नाल मैं कहा जो कमांदे ने वही खाने आ। जी ते बहरहाल 6-7 साल मैं उन्हां दे विच रही। बात तो इन्हां दा छोटा भाई सी ते ਉਹ ਐਵੇਂ ਬਦਤਮੀਜ਼ੀ ਪਿਆ ਕਰਦਾ ਸੀ। अच्छा ਇਹ ਮੀਟਿੰਗ ਤੇ ਤੁਰ ਗਏ ਤੇ ਮੈਂ ਇਕੱਲੀ ਘਰ ਸਾਂ अच्छा ਤੇ ਮੈਨੂੰ ਥੋੜੀ ਜਿਹੀ ਗੱਲ ਹੋ ਗਈ ਤੇ ਮੈਨੂੰ ਕਹਿਣ ਲੱਗਾ ਕਿ ਇਸ ਤਰ੍ਹਾਂ ਗਾਲਾਂ ਕੱਢਣ ਡਿਆ ਪਿਆ। ਮੈਂ ਉਹਨੂੰ ਬਥੇਰਾ ਆਖਾਂ, ਮੈਂ ਆਖਾਂ ਕਿ ਤੇਰਾ ਭਰਾ ਆਏਗਾ ਤੇ ਜੋ ਮਰਜ਼ੀ ਕਰੀ ਤੇ ਲੇਕਿਨ ਮੈਂ ਆਖਾਂ ਮੈਨੂੰ ਤੂੰ ਕੀ ਗੱਲਾਂ ਸੁਣਾਉਣਾ ਮੈਂ। हाँ जी ਤੇ ਕਹਿਣ ਲੱਗਾ ਫੇਰ ਨਾ ਉਹਨੇ ਸੋਟਾ ਸੀ ਕੋਲ ਪਿਆ, ਮੈਨੂੰ ਉਹਦੇ ਨਾਲ ਮਾਰਨ ਡਿਆ ਪਿਆ ਤੇ ਇਹਨਾਂ ਦੀ ਭਾਬੀ ਘਰ ਹੀ ਸੀ। ओहो ਲੇਕਿਨ ਉਹਨੇ ਜਦੋਂ ਮਾਰ ਲਿਆ ਨਾ ਫੇਰ ਅੰਦਰੋਂ ਨਿਕਲੀ, ਕਹਿਣ ਲੱਗੀ ਤੂੰ ਕੀ ਕਰਦਾ ਫਿਰਨਾ। ਮੈਂ ਹਿਸਾਬ ਲਾਇਆ ਕਿ ਮੈਂ ਘਰੋਂ ਹੀ ਤੁਰ ਜਾਣੀ ਆ, ਮੱਲਮ ਸਾਹਿਬ ਘਰ ਹੈ। ਤੇ ਮੈਂ ਨਾ ਘਰੋਂ ਨਾ ਮੇਰੇ ਪੈਰੀ ਜੁੱਤੀ अच्छा ਤੇ ਸਿਰ ਤੇ ਦੁਪੱਟਾ ਮੇਰਾ ਪਰਾ ਪਿਆ ਤੇ ਉਹ ਮੈਂ ਫੜ ਲਿਆ। ਉਹ ਮੈਂ ਪੰਜ ਤੁਰ ਗਈ ਤੇ ਗਲੀ ਦੇ ਵਿੱਚ ਗਈ ਤੇ ਪਿਸਤੌਲ ਲੈ ਕੇ ਮੇਰੇ ਪਿੱਛੇ ਚੜ ਗਿਆ। अच्छा ਤੇ ਮੈਂ ਰੋਵਾਂ ਤੇ ਮੈਂ ਆਖਾਂ ਲੋਕੀ ਵੇਖਣ ਤੇ ਲੋਕੀ ਛਡਾਣ ਤੇ ਮੇਰੇ ਵਾਲਾਂ ਤੋਂ ਫੜ ਕੇ ਨਾ ਤੇ ਗਾਲਾਂ ਕੱਢੇ ਤੇ ਮੈਨੂੰ ਆਂਦਾ ਹੁਣ ਕਿੱਥੇ ਚੱਲੀ ਇੱਧਰ ਆ। ਮੈਂ ਉਹ ਔਰਤਾਂ ਮੈਂ ਕਦੀ ਉਹਨਾਂ ਦੇ ਘਰਾਂ 'ਚ ਗਈ ਨਹੀਂ ਸੀ ਤੇ ਮੈਂ ਉਹਦੇ ਤੋਂ ਡਰਦੀ ਇਹਨੇ ਪਿਸਤੌਲ ਸਾਹਮਣੇ ਕੀਤੀ ਤੇ ਮੈਂ ਘਰ ਸੀ ਉਹਨਾਂ ਦੇ ਘਰ ਵੜ ਗਈ ਤੇ ਇਹ ਉੱਥੇ ਤੁਰ ਗਿਆ, ਮੈਨੂੰ ਵਾਲਾਂ ਫੜ ਕੇ ਘਰ ਆਂਦਾ ਉਹ ਤੇ ਲੋਕੀ ਵੇਖਣ ਤੇ ਮੈਨੂੰ ਛਡਾਣ ਨਾ ਕੋਈ ਵੀ ਹੈ ਤੇ ਬਦਤਮੀਜ਼ ਹੈ ਸੀ ਆਪਣੇ ਗਲੇ ਪਾਉਣਾ। ਉਹ ਮੈਨੂੰ ਘਰ ਆਂਦਾ, ਉਹ ਘਰ ਲਿਆ ਕੇ ਮੇਰਾ ਬੱਚਾ ਸੀ, ਛੋਟਾ ਬੱਚਾ ਮੇਰਾ ਸਾਲ ਸਵਾ ਦਾ ਸੀ ਤੇ ਵੱਡਾ ਜਿਹੜਾ ਉਹ 2 ਸਾਲ ਦਾ ਸੀ, 2.5 ਦਾ ਮੇਰੀ ਬੱਚੀ ਸੀ जी ਉਹ ਸੌਂ ਗਿਆ ਤੇ ਮੈਂ ਲਟਾ ਗਈ ਬੈੱਡ ਤੇ। जी ਮੈਨੂੰ ਇਹ ਵੀ ਰੋਣ ਆਏ, ਮੈਂ ਆਖਾਂ ਮੇਰੇ ਬੱਚੇ ਨਾ ਮਾਰ ਛੜੇ, ਬੱਚੇ ਨਾ ਮਾਰ। ਤੇ ਮੈਂ ਚਲੋ ਘਰ ਆ ਗਈ। जी ਘਰ ਆਈ ਤੇ ਫਿਰ ਬਾਹਰ ਨਿਕਲ ਗਿਆ। ਮੈਂ ਰੋਵਾਂ ਬੜਾ, ਫਿਰ ਮੈਂ ਕਹਿੰਦੀ ਤੇ ਘਰ ਤੁਰ ਗਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਡਰ ਮੈਨੂੰ ਆਉਂਦਾ ਤੇ ਬਾਹਰਲਾ ਦਰਵਾਜ਼ਾ ਬੰਦ ਕਰ ਛੜਿਓ ਸੀ। अच्छा ਕਹਿਣ ਲੱਗੀ ਸਾਡੇ ਘਰ ਨਾ ਆਈਏ। ਮੈਂ ਕਿਹਾ ਨਹੀਂ ਆਉਂਦਾ ਤੁਹਾਡੇ ਘਰ, ਮੈਂ ਜਿੰਨੀ ਦੇਰ ਇਹ ਜਹਾਂਗੀਰ ਘਰ ਨਾ ਆਏ जी ਮੈਂ ਨਾ ਘਰ ਆਈ ਕੋਈ। अच्छा ਇਹਦੇ ਤੋਂ ਵੱਡਾ ਜਿਹੜਾ ਉਹ ਵੀ ਮੇਰਾ ਦਿਓਰ ਸੀ, ਕਹਿਣ ਉਹਨੇ ਸੁਣਾ ਕੇ ਲਿਆ ਕੇ ਭਾਬੀ ਨੂੰ ਕਿਹਾ ਘਰ ਆਏ। ਮੈਂ ਕਿਹਾ ਮੈਂ ਨਹੀਂ ਆਉਣਾ ਕੋਈ ਜਿੰਨਾ ਤੱਕ ਜਹਾਂਗੀਰ ਨਾ ਆਏ। ਮੈਨੂੰ ਡਰ ਆਏ, ਮੈਂ ਖਾਂ ਇਹ ਨਾ ਫੇਰ ਇੰਜੀ ਕਰਨਾ ਕਿ ਮੈਨੂੰ ਇਹਨੇ ਮਾਰ ਲਿਆ।
ਤੇ ਚਲੋ ਮੈਂ ਉਹਨੇ ਫਿਰ ਦੁਬਾਰਾ ਸੁਣਾ ਕੇ ਲਿਆ, ਮੈਂ ਘਰ ਆ ਗਈ। ਅੱਛਾ। ਉਹਨੇ ਅੱਜ ਕੋਈ ਗੱਲ ਨਹੀਂ ਕੀਤੀ ਕੋਈ ਵੀ। ਥੋੜੀ ਦੇਰ ਬਾਅਦ ਇਹਨਾਂ ਦੀ ਅੰਮੀ ਕਿਤੇ ਗਏ ਸਨ, ਉਹ ਵੀ ਆ ਗਏ, ਫਿਰ ਜਹਾਂਗੀਰ ਵੀ ਆ ਗਏ ਜੀ। ਤੇ ਇਹਨਾਂ ਤੇ ਬਾਹਰੋਂ ਹੀ ਸੁਣ ਲਿਆ। ਫਿਰ ਘਰ ਆਏ ਤੇ ਮੈਂ ਰੋਵਾਂ, ਮੈਂ ਕਹਾਂ ਕਿ ਜਹਾਂਗੀਰ ਮੈਂ ਇੰਨੀ ਦੇਰ ਤੁਹਾਡੇ ਘਰ ਗੁਜ਼ਾਰ ਛੜੀ, ਠੀਕ ਹੈ, ਲੇਕਿਨ ਮੇਰਾ ਹੁਣ ਗੁਜ਼ਾਰਾ ਨਹੀਂ, ਮੇਰੇ 3 ਬੱਚੇ ਨੇ, ਮੈਂ ਦੇ ਲੈ ਤੇ ਦੇ ਦੋ, ਨਹੀਂ ਤੇ ਮੈਂ ਕਿਹਾ ਮੈਂ ਨਹੀਂ ਰਹਿਣਾ ਇਸ ਘਰ ਦੇ ਵਿੱਚ ਹੁਣ। ਮੈਂ ਮੇਰੀ ਬੜੀ ਬੇਇੱਜ਼ਤੀ ਹੋਈ ਹੈ। ਮੈਂ ਕੀ ਲੋਕੀ ਆਖਣ ਦੇ, ਤੇ ਮੈਂ ਏਡਿਆ ਬਿਸਤਿਆਂ ਦੀ ਧੀਤ ਨਹੀਂ ਹੈ ਜਿੰਨਾ ਮੈਂ ਤਕਲੀਫਾਂ ਝੱਲਦੀਆਂ ਫਿਰ। ਇਹਨਾਂ ਆਪਣੀ ਅੰਮੀ ਨੂੰ ਆਖਿਆ ਕਿ ਅੰਮੀ ਇੰਨੀ ਬੇਇੱਜ਼ਤੀ ਕੀਤੀ ਤੂੰ, ਜੇ ਲੱਗਾ ਸੀ ਗੁੱਸੇ ਨਾਲ ਇਹਨਾਂ ਆਖਿਆ ਕਿ ਮਾਰ ਛੱਡਦਾ, ਫਿਰ ਮੈਂ ਹੁੰਦਾ ਤੇ ਜਨਾਜ਼ਾ ਪੜਾ ਕੇ ਪਰਾਂ ਮਾਰਦਾ। ਤੇ ਮੈਂ ਰੋਵਾਂ ਤੇ ਮੈਂ ਫਿਰ ਆਖਿਆ, ਮੈਂ ਕਿਹਾ ਇਹ ਚੁੱਪ ਕਰ ਰੇ ਕੋ। ਮੈਂ ਫਿਰ ਕਿਹਾ, ਮੈਂ ਕਿਹਾ ਕਿ ਮੋਲਮ ਸਾਹਿਬ ਜਿਹੜੇ ਨਾ ਉਹ ਫੈਸਲਾ ਕਰਨ ਦੇ, ਮੈਂ ਕਿਹਾ ਉਹਨਾਂ ਦੇ ਘਰ ਚਲੇ ਜੀ। ਫਿਰ ਸ਼ਾਮ ਨੂੰ ਅਸੀਂ ਗਏ ਤੇ ਮੋਲਮ ਸਾਹਿਬ ਦਾ ਨਾਲ ਬੜਾ ਪਿਆਰ ਸੀ ਤੇ ਉਹਨਾਂ ਦੇ ਘਰ ਗਏ ਤੇ ਮੈਂ ਮੋਲਮ ਸਾਹਿਬ ਨੂੰ ਸਾਰੀ ਕਹਾਣੀ ਸੁਣਾਈ। ਤੇ ਉਹਨਾਂ ਫਿਰ ਆਖਿਆ ਕਿ ਜਹਾਂਗੀਰ ਹੈ ਤੇ ਹੁਣ ਇੱਥੇ ਨਾ ਰਹਿਣਾ ਮੁਨਾਸਬ ਹੈ ਤੁਹਾਡਾ, ਮੇਰੀ ਇਹ ਭੈਣ ਬਣੀ ਹੈ ਤੇ ਮੈਂ ਨਹੀਂ ਇਸ ਘਰ ਚ ਰਹਿਣ ਦੇਣਾ ਇਹਨੂੰ। ਆਖਣ ਲੱਗੇ ਕਿ ਸਵੇਰੇ ਨਾ ਕਿਰਾਏ ਤੇ ਮਕਾਨ ਵੇਖੀਏ ਤੇ ਹਾਲਾਤ ਤੇ ਮਾੜੇ ਸਨ ਜਿੰਨਾ ਹਿਸਾਬ। ਅੱਛਾ ਬਾਜੀ, ਇੱਕ ਚੀਜ਼ ਦੱਸਣਾ ਕਿ ਤੁਹਾਨੂੰ ਤੇ ਉਹ ਕਹਿੰਦੇ ਸੀ ਕਿ ਤੁਸੀਂ ਨਮਾਜ਼ ਇੰਝ ਪੜ੍ਹਦੇ ਜੇ, ਕੁਰਾਨ ਇੰਝ ਪੜ੍ਹਦੇ, ਆਪ ਵੀ ਉਹਨਾਂ ਦੇ ਕੋਈ ਕੰਮ ਹੈ ਸੀ ਇਸਲਾਮ ਵਾਲੇ ਜਾਂ ਮੁਸਲਮਾਨਾਂ ਵਾਲੇ? ਕੋਈ ਵੀ ਨਹੀਂ ਸਜੇ ਜੀ। ਅੱਛਾ, ਆਪਣਾ ਵੀ ਕੋਈ? ਕਿ ਚਲੋ ਉਹਨਾਂ ਫਿਰ ਮੈਂ ਮੌਲਮ ਸਾਹਿਬ ਸੁਬਾ ਗਏ ਚੌਂਕ ਦੇ ਵਿੱਚ ਮਕਾਨ ਦਾ ਪਤਾ ਕਰਨ, ਦੋਵੇਂ ਗਏ ਜੀ। ਤੇ ਉਹ ਮਕਾਨ ਵਾਲਾ ਮਕਾਨ ਨਾ ਦੇ। ਅੱਛਾ। ਉਹ ਆਖਣ ਲੱਗੇ ਕਿ ਇਹ ਖਤਰਨਾਕ ਬੰਦੇ ਨੇ, ਅਸੀਂ ਨਹੀਂ ਇਹਨਾਂ ਨੂੰ ਮਕਾਨ ਦੇਣਾ। ਅੱਛਾ, ਅਹਿਮਦੀ ਨੇ? ਹਾਂਜੀ, ਨਹੀਂ ਉਹ ਵੀ ਅਹਿਮਦੀ ਸੀ ਜਿਹਦਾ ਮਕਾਨ ਸੀ। ਅੱਛਾ, ਉਹ ਵੀ ਡਰਨ ਕਿ ਉਹ ਜਿਹੜੇ ਤੁਹਾਡੇ ਸਸੁਰਾਲ ਵਾਲੇ ਖਤਰਨਾਕ ਨੇ? ਹਾਂਜੀ। ਅੱਛਾ, ਠੀਕ। ਉਹ ਨਾ ਫਿਰ ਅੱਲਾ ਜੰਨਤ ਨਸੀਬ ਕਰੇ ਸਦਰ ਸਾਹਿਬ ਨੂੰ ਉਹਨਾਂ ਕਿਹਾ ਕਿ ਇਹ ਫੌਤ ਹੋ ਗਏ ਨੇ, ਉਹਨਾਂ ਕਿਹਾ ਕਿ ਇਹ ਜਹਾਂਗੀਰ ਨਾ ਕਿਰਾਇਆ ਦੇਦਾ ਤੇ ਮੈਂ ਦਾਂਦਾ ਤੇ ਤੂੰ ਮਕਾਨ ਇਹਨਾਂ ਨੂੰ ਦੇ। ਬਹੁਤ ਹੋ। ਫਿਰ ਉਹਨੇ ਕਿਹਾ ਚਲੋ ਠੀਕ ਹੈ। ਅੱਛਾ। ਉਹ ਪਿੰਡ ਚ ਕੋਈ ਟਰਾਲੀ ਨਾ ਦੇ, ਫਿਰ ਮਲਨ ਸਾਹਿਬ ਨਾਲ ਦੇ ਪਿੰਡੋਂ ਟਰਾਲੀ ਲੈ ਕੇ ਆਏ। ਉਹ ਸਾਰਾ ਸਮਾਨ ਵਿੱਚ ਪਾਇਆ ਤੇ ਉਹ ਅਸੀਂ ਨਾ ਚੌਂਕ ਚ ਲੈ ਕੇ ਆ ਗਏ ਤੇ ਥੋੜਾ ਜਿਹਾ ਸਮਾਨ ਰਹਿੰਦਾ ਤੇ ਇਹਦੀ ਅੰਮੀ ਕਹਿਣ ਲੱਗੇ ਕਿ ਇਹ ਸੁਬਾਹ ਲੈ ਜਾਏ ਜੋ ਨਹੀਂ। ਅੱਛਾ। ਤੇ ਚਲੋ ਸਮਾਨ ਖੜਿਆ ਖੁੜਿਆ ਉੱਥੇ। ਇਹ ਕਹਿਣ ਲੱਗੇ ਆਪਣੀ ਅੰਮੀ ਨੂੰ ਜੀ। ਅੰਮੀ ਨੂੰ ਫੋਨ ਕੀਤਾ, ਮੇਰੀ ਅੰਮੀ ਮੇਰੀ ਭੈਣ ਆ ਗਈਆਂ ਦੋਵੇਂ ਜੀ। ਇਹ ਗੱਡੀ ਤੇ ਤੁਰ ਗਏ। ਤੇ ਯਕੀਨ ਕਰਕੇ ਜਾਣਿਓ ਤੇ ਬੱਚਿਆਂ ਮੇਰੇ ਨੇ ਬਾਹਰ ਨਿਕਲਣਾ ਤੇ ਉਹਨਾਂ ਪਤਾ ਕੀ ਆਖਣਾ ਜੀ, ਮਾਮਾ ਚਾਚੂ ਉੱਥੇ ਆ ਵੇਖਿਆ ਤੇ ਉਹਨਾਂ ਡਰਦਿਆ ਘਰ ਨਾ ਠਾਣਾ ਤੇ ਸਾਡੇ ਘਰ ਵੀ ਨਾ ਆਈ ਜਾਣੋ ਜੀ। ਮੈਂ ਕਿਹਾ ਨਹੀਂ ਆਉਂਦੇ, ਤੁਸੀਂ ਨਾ ਡਰੋ। ਤੇ ਉਹ ਫਿਰ ਹੈ ਕਿ ਅਸੀਂ ਰਹਿਣ ਦਾ ਤੇ ਕਿ ਵੇਖੋ ਭਾਵੇਂ ਨਾ ਉਹ ਹੀ ਮਕਾਨ ਸਾਨੂੰ ਮਿਲ ਗਿਆ, ਮੇਰੇ ਨਾਲ ਲੱਗ ਗਿਆ। ਅੱਛਾ। ਤੇ ਕਿਰਾਇਆ ਤੇ ਬਿੱਲ ਮੈਂ ਇਹ ਜਰਾ ਆਵਾਜ਼ ਠੀਕ ਕਰ ਲੈਣਾ ਬਾਜੀ, ਜਰਾ ਆਵਾਜ਼ ਠੀਕ ਕਰ ਲੈਣਾ ਜੀ। ਉਹ ਨਾ ਕਿਰਾਇਆ ਬਿੱਲ ਮੈਂ ਰੱਖਣਾ ਕਰਨਾ। ਅੱਛਾ। ਤੇ ਮੈਂ ਆਖਣਾ ਕਿ ਇਹ ਗੱਲਾਂ ਨਾ ਕਰੇ। ਤੇ ਮੈਂ ਉਹਨਾਂ ਦੇ ਘਰ ਮਹੀਨੇ ਤੋਂ ਪਹਿਲਾਂ ਇਹਨਾਂ ਬਿੱਲ ਤੇ ਕਿਰਾਇਆ ਕੱਲ ਛੱਡਣਾ ਕਰਾਂਗੀ। ਅੱਛਾ। ਉਹ ਬਾਹਰ ਤੋਂ ਭਾਵੇਂ ਵੇਖੋ ਮੇਰੇ ਤੇ ਇੰਨਾ ਕੁਛ ਆਖਣ ਲੱਗਾ, ਬੜੇ ਕਿਰਾਏਦਾਰ ਆਏ ਨੇ ਤੇ ਮੈਂ ਇਹੋ ਜਿਹੇ ਨਹੀਂ ਦੇਖੇ। ਬਾਹਰ ਤੋਂ ਆਪਣੀ ਬੇਟੀ ਦਾ ਮੇਰੇ ਭਾਈ ਵਾਸਤੇ ਰਿਸ਼ਤਾ ਆਖਣ ਡਿਆ ਪਿਆ। ਅੱਛਾ, ਮਾਸ਼ਾਅੱਲਾ। ਮੈਂ ਫਿਰ ਆਖਿਆ, ਮੈਂ ਕਿਹਾ ਮੈਂ ਭਾਈ ਮੈਂ ਆਪਣੇ ਅੰਮੀ ਅੱਬੂ ਨਾਲ ਗੱਲ ਕਰਾਂਗੀ, ਆਪਣੇ ਭਾਈ ਨਾਲ ਕਰਾਂਗੀ ਤੇ ਫਿਰ ਦੱਸਾਂਗੀ। ਉਹ ਮੈਂ ਆਪਣੀ ਅੰਮੀ ਨਾਲ ਆਪਣੇ ਭਾਈ ਨਾਲ ਗੱਲ ਕੀਤੀ ਜੀ। ਉਹ ਕਹਿਣ ਲੱਗੇ ਖਤਰਨਾਕ ਜਿਹਾ ਭਾਈ ਅਸੀਂ ਨਹੀਂ ਕਰਨਾ।
ਅੱਛਾ ਬਾਜੀ, ਇਹ ਦੱਸੋ ਕਿ ਇੰਨੀਆਂ ਤਕਲੀਫਾਂ ਤੁਸੀਂ ਬਰਦਾਸ਼ਤ ਕੀਤੀਆਂ ਉੱਥੇ, ਹਾਂਜੀ ਉਹ ਅਖਲਾਕੀ ਤੌਰ ਤੇ ਜਿਹੜਾ ਸਲੂਕ ਉਹਨਾਂ ਨੇ ਤੁਹਾਡੇ ਨਾਲ ਕੀਤਾ, ਔਰ ਜੀ। ਸਿਰਫ ਇਹ ਸਿਰਫ ਤਕਲੀਫਾਂ ਦਿੱਤੀਆਂ ਕਿ ਤੁਸੀਂ ਅਹਿਮਦੀ ਸੀ, ਹਾਂਜੀ ਹੋਰ ਕੋਈ ਮਕਸਦ ਨਹੀਂ ਸੀ ਉਹਨਾਂ ਦਾ ਹੈਗਾ। ਜਦੋਂ ਉਹਨੇ ਇਹੋ ਹੀ ਮਕਸਦ। ਹਾਂਜੀ, ਜਦੋਂ ਉਹਨੇ ਤੁਹਾਡੇ ਨਾਲ ਇਹ ਜ਼ਿਆਦਤੀ ਕੀਤੀ ਕਿ ਤੁਹਾਨੂੰ ਤਕਲੀਫ ਦਿੱਤੀ, ਤਸ਼ੱਦਦ ਕੀਤਾ, ਤੇ ਤੁਹਾਡੀ ਹੋਰ ਹਾਂਜੀ। ਕਿਸੇ ਬੰਦੇ ਨੇ ਨਹੀਂ ਉੱਥੇ ਬਚਾਇਆ ਕਿ ਸ਼ਰਮ ਕਰ, ਕੋਈ ਬੋਲਿਆ ਨਹੀਂ ਆ ਕੇ ਗਲੀ 'ਚ ਕਿ ਭਾਵੇਂ ਤੂੰ ਕਿੰਨਾ ਵੀ ਤਾਕਤਵਰ ਹੈ, ਤੇਰੀ ਵੱਡੀ ਭਰਜਾਈ ਹੈ, ਤੈਨੂੰ ਸ਼ਰਮ ਹਿਆ ਆਉਣੀ ਚਾਹੀਦੀ ਹੈ? ਨਹੀਂ ਨਹੀਂ, ਕਿਸੇ ਨਹੀਂ ਹੱਲੇ ਕਿ ਐਨ ਦੀ ਭੈਣ ਭਰਾ ਵੀ ਸਨ ਤੇ ਦੂਰੋਂ ਹੀ ਵੇਂਦੇ ਸਨ ਤੇ ਕੋਈ ਗੱਲ ਨਹੀਂ ਸੀ ਕਰਦਾ। ਹੂੰ ਤੇ ਮੈਂ ਫਿਰ ਮੈਨੂੰ ਗੈਰਾਂ ਦੀ ਔਰਤਾਂ ਕਹਿਣ ਲੱਗੀਆਂ ਕਿ ਮਰਨੀਆਂ, ਤੈਨੂੰ ਕਿਰਾਏ ਤੇ ਮਕਾਨ ਨਹੀਂ ਮਿਲਦਾ, ਤੂੰ ਤੁਰ ਜਾ ਇੱਥੋਂ। ਹੂੰ ਅੱਛਾ ਤੇ ਪਤਾ ਜੀ ਜੀ ਹਾਲਾਤ ਮਾੜੇ ਹੀ ਸਨ। ਤੇ ਫਿਰ ਇਹ ਵੇ ਕਿ ਉਸ ਤੋਂ ਬਾਅਦ ਜਦੋਂ ਇਹ ਲੜੇ ਝਗੜੇ ਤੇ ਇਹਨਾਂ ਮੈਨੂੰ ਉਹਨੇ ਮਾਰਿਆ ਕਿ ਲਾਸਾਂ ਭਾਸ਼ਣੀਆਂ ਉਸ ਮੈਨੂੰ, ਤੇ ਮੈਂ ਫਿਰ ਆਖਿਆ ਇਸ ਘਰ 'ਚ ਰਹਿਣਾ ਹੀ ਨਹੀਂ ਮੈਂ ਹੁਣ ਕੋਈ ਵੀ। ਸ਼ੁਕਰ ਹੈ ਅੱਲਾ ਦਾ, ਫਿਰ ਅਸੀਂ ਚੌਂਕ 'ਚ ਆ ਗਏ, ਸੋਹਣੀ ਜ਼ਿੰਦਗੀ ਗੁਜ਼ਾਰੀ। ਚਲੋ ਇੱਕ ਬ੍ਰੇਕ ਦਾ ਕਿਹਾ ਜਾ ਰਿਹਾ, ਇਹ ਬ੍ਰੇਕ ਤੋਂ ਬਾਅਦ ਤੁਸੀਂ ਕਿਤੇ ਨਹੀਂ ਜਾਣਾ ਨਾਜ਼ਰੀਨ, ਇਹਨਾਂ ਨਾਲ ਮੈਂ ਕੁਝ ਗੱਲਾਂ ਹੋਰ ਵੀ ਕਰਨੀਆਂ ਨੇ। ਇਸ ਪ੍ਰੋਗਰਾਮ ਦਾ ਹਾਂਜੀ। ਮਕਸਦ ਇਹ ਸੀ ਕਿ ਇੱਕ ਵੱਡੀ ਭਰਜਾਈ ਦੇ ਨਾਲ ਦੇਵਰ ਨੇ ਸਲੂਕ ਸਿਰਫ ਇਹ ਕੀਤਾ ਕਿ ਅਹਿਮਦੀ ਸੀ ਭਾਬੀ, ਭਾਈ ਅਹਿਮਦੀ ਹੋ ਚੁੱਕਿਆ ਸੀ, ਔਰ ਹਾਂਜੀ ਤਸ਼ੱਦਦ ਕੀਤਾ ਗਿਆ। ਔਰ ਇਹ ਕਿਉਂਕਿ ਇੱਕ ਸੱਚੀ ਜਮਾਤ ਨੂੰ ਮੰਨਣ ਵਾਲੀ ਖਤੂਨ ਸਨ, ਇਹਨਾਂ ਦੇ ਮੀਆਂ ਨੇ ਵੀ ਜਿਸ ਤਰ੍ਹਾਂ ਪਹਿਲੇ ਪ੍ਰੋਗਰਾਮਾਂ 'ਚ ਦੱਸਿਆ ਕਿ ਅੱਲਾਹ ਤਾਲਾ ਦੇ ਬੇਸ਼ੁਮਾਰ ਫਜ਼ਲ ਹੋਏ, ਔਰ ਇਹਨਾਂ ਨੇ ਸਬਰ ਦੇ ਨਾਲ ਉਹਨਾਂ ਹਾਲਾਤ ਦਾ ਮੁਕਾਬਲਾ ਕੀਤਾ। ਇਹ ਪ੍ਰੋਗਰਾਮ ਤੁਹਾਡੇ ਸਾਹਮਣੇ ਲਿਆਉਣ ਦਾ ਮਕਸਦ ਇਹ ਸੀ, ਮੈਨੂੰ ਖੁਦ ਬੜੀ ਤਕਲੀਫ ਹੋਈ ਜਦੋਂ ਇਹਨਾਂ ਨੇ ਦੱਸਿਆ ਕਿ ਅੱਜ ਪਿਸਤੌਲ ਕੱਢ ਲਿਆ ਔਰ ਉਹਨੇ ਤਸ਼ੱਦਦ ਕੀਤਾ, ਕਿ ਜਿਹੜੇ ਲੋਕ ਇਸਲਾਮ ਦੇ ਠੇਕੇਦਾਰ ਬਣੀ ਫਿਰਦੇ ਨੇ, ਜਿਹੜੇ ਲੋਕ ਇਹ ਦੱਸਦੇ ਨੇ ਕਿ ਅਸੀਂ ਮੁਸਲਮਾਨ ਨੇ, ਕਿਆ ਉਹ ਇਨਸਾਨ ਕਹਿਲਾਉਣ ਦੇ ਲਾਇਕ ਹੈ ਨੇ? ਜਿਹੜੇ ਸਲੂਕ ਇਹਨਾਂ ਨਾਲ ਕੀਤੇ ਗਏ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ ਕਿ ਵੱਡੀ ਭਾਬੀ ਹੈ ਮੇਰੀ, ਕੋਈ ਵੀ ਖਤੂਨ ਦੇ ਉੱਤੇ ਇੰਝ ਹੱਥ ਉਠਾਏ ਤੇ ਵੈਸੇ ਹੀ ਸ਼ਰਮ ਦਾ ਮਕਾਮ ਹੁੰਦਾ। ਇਹ ਤਰਬੀਅਤ ਹੈ ਇਹਨਾਂ ਲੋਕਾਂ ਦੀ, ਇਹ ਮਸਜਿਦਾਂ ਦੇ ਵਿੱਚ ਇਹਨਾਂ ਨੂੰ ਦਰਸ ਦਿੱਤੇ ਜਾਂਦੇ ਨੇ, ਉੱਥੇ ਜਿਹੜੇ ਗੈਰਤ ਜਮਾਤ ਨੇ ਉਹਨਾਂ ਨੂੰ ਅਖਲਾਕੀਆਤ ਦੀ ਤਾਲੀਮ ਦਿੱਤੀ ਜਾਂਦੀ ਜੇ, ਔਰ ਅਫਸੋਸਨਾਕ ਗੱਲਾਂ ਨੇ। ਇਹਨਾਂ ਦੇ ਨਾਲ ਅਸੀਂ ਇੱਕ ਪ੍ਰੋਗਰਾਮ ਹੋਰ ਕਰਨਾ, ਉਹਦੇ 'ਚ ਪੁੱਛਾਂਗੇ ਕਿ ਇਹਨਾਂ ਤੇ ਅੱਲਾਹ ਤਾਲਾ ਦੇ ਫਜ਼ਲ ਕਿਸ ਤਰ੍ਹਾਂ ਹੋਏ ਔਰ ਕਦੀ ਇਹਨਾਂ ਨੇ ਸੋਚਿਆ ਸੀ। ਨਾਜ਼ਰੀਨ, ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਜੁੜੇ ਰਹੋ 9 ਟੀਵੀ ਨਾਲ। ਮਿਲਨੇ ਆ ਪਾਰਟ 2 ਦੇ ਵਿੱਚ। ਅੱਛਾ।